गुरु साहिबान ने सिखां नूं सिक्खी बख्शी, सिक्खी ने सिखां नूं सरदारी बख्शी। ये सरदारी एक मान ते आधारत नहीं, इसदा आधार है सुच्ची रहनी बहनी ते करनी, वाहिगुरु ते भरोसा, उच्ची हिम्मत, नाम दा अभ्यास, कीर्तन दा उचार, सत्संग ते गुरु नाल प्यार। ये उच्चा ते सुच्चा जीवन जीवन दी जांच दसां सतगुरां ने जगत नूं सिखाई ते इसे लई श्री गुरु ग्रंथ साहिब जी रचे, श्री दरबार साहिब जी की स्थापना की। पर समय दा फेर आखो, राजसी मुश्किलां आखो, जां फिर धन पदार्थ की बौलता, साडे जीवनां विच कुसंग ते ऐशो आराम प्रवेश कर गए। सिक्खी दी उच्चता नूं खोरा लगा ते गिरावट आउण लगी। उच्चे जीवन घट गए ते नाल ही प्रचार भी कमजोर पै गया। 21वीं सदी वल जा रहे सिख बच्चे बच्चियां नूं मुड़ ये एहसास होवे कि सिक्खी अपनियां कदरां कीमतां कारण किन्नी महान अते अनमोल है। सिख होण दा फख्र महसूस होवे अते मूंहों निकले, आई एम प्राउड टू बी ए सिख, अते बाकी लोग उस नूं सत्कार दी नजर नाल वेखण। साडी मनशा यही है। हर प्रेम बाणी मन मारिया, अणियाले अणिया राम राजे, जिस लागी पीर रम की, सो जाने जरिया, जीवन मुक्त सो आखिए, मर जीवे मरिया, जन नानक सतगुर मेल हर, जग दो तर तरिया, जग दो तर तरिया। श्री आसा जी वार ਅੰਮ੍ਰਿਤ ਵੇਲਾ। ਵਾਤਾਵਰਨ ਦੇ ਵਿੱਚ ਅਗੰਮੀ ਤਰੰਗਾਂ। ਗੁਰਸਿੱਖ ਦਾ ਸਤਿਗੁਰੂ ਜੀ ਦੇ ਸਨਮੁਖ ਬੈਠਣਾ। ਅੱਗੋਂ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀਆਂ ਤਰੰਗਾਂ ਜਿਉਂ ਹੀ ਗੁਰਸਿੱਖ ਦੇ ਹਿਰਦੇ ਵਿੱਚ ਪਹੁੰਚਦੀਆਂ ਨੇ, ਇੱਕ ਅਗੰਮੀ ਸਰੂਰ, ਇੱਕ ਅਗੰਮੀ ਵਾਹਿਗੁਰੂ ਪਰਮੇਸ਼ਰ ਦੇ ਪਿਆਰ ਦੀ ਮਸਤੀ, ਉਸ ਵਿੱਚ ਮਨ ਝੂਮਦਾ। ਧਿਆਨ ਦਾ ਇੱਕ ਹਿੱਸਾ ਇੱਕ ਸਕੂਨ ਮਹਿਸੂਸ ਕਰ ਰਿਹਾ ਹੈ, ਇੱਕ ਆਰਾਮ, ਆਨੰਦ, ਸੁਖ, ਰਸ ਮਹਿਸੂਸ ਕਰ ਰਿਹਾ ਹੈ। ਦੂਸਰਾ ਹਿੱਸਾ ਜਿਸ ਨੂੰ ਗੁਰਬਾਣੀ ਦੀ ਵਿਚਾਰ ਵਿੱਚ ਲਾਉਣਾ ਹੈ, ਤਾਂ ਕਿ ਗੁਰੂ ਵਰਸਾਏ ਹੋਏ ਮਾਰਗ ਨੂੰ ਸਮਝ ਕੇ ਮਨੁੱਖ ਦਾ ਜੀਵਨ ਪਵਿੱਤਰਤਾ ਦੀਆਂ ਤਰੰਗਾਂ ਵਿੱਚ ਕੋਈ ਮਨੁੱਖਤਾ ਦੀ ਸੇਵਾ ਕਰ ਸਕੇ। ਆਸਾ ਦੀ ਵਾਰ ਦੇ ਇਸ ਬਾਣੀ ਅੰਦਰ ਇੱਕ ਪੌੜੀ ਤੋਂ ਬਾਅਦ ਦੂਸਰੀ ਪੌੜੀ, ਫਿਰ ਦੂਸਰੀ ਤੋਂ ਬਾਅਦ ਤੀਸਰੀ ਪੌੜੀ, ਸਿਲਸਿਲੇਵਾਰ ਇੱਕ ਬੜੇ ਹੀ ਅਗੰਮੀ ਤਰੀਕੇ ਦੇ ਨਾਲ ਸਤਿਗੁਰੂ ਜੀ ਨੇ ਸਾਡੇ ਧਿਆਨ ਨੂੰ ਪਵਿੱਤਰਤਾ ਵੱਲ, ਫਿਰ ਸੱਚ ਵੱਲ, ਫਿਰ ਵਾਹਿਗੁਰੂ ਪਰਮੇਸ਼ਰ ਵੱਲ ਲੀਨ ਹੋਣ ਦੇ ਮਾਰਗ ਤੇ ਤੋਰਿਆ। ਪਹਿਲੀ ਪੌੜੀ ਅੰਦਰ ਉਸ ਕਰਤੇ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ੍ਰਿਸ਼ਟੀ ਨੂੰ ਸਾਜਣਾ, ਫਿਰ ਗੁਰੂ ਦੇ ਕੋਲ ਉਹ ਸਮਰੱਥਾ ਜਿਸ ਸ਼ਕਤੀ ਕਲਾ ਦੀ ਕਿਰਨ ਦੇ ਨਾਲ ਮਨੁੱਖ ਦੇ ਜੀਵਨ ਦਾ ਪਲਟਾ ਆਉਣਾ ਤੇ ਮਨੁੱਖ ਦੇ ਸੁਭਾਅ ਦਾ ਗੁਰੂ ਦੀ ਰਹਿਮਤ ਦੇ ਨਾਲ ਪਲਟ ਜਾਣਾ, ਇਹਦਾ ਜ਼ਿਕਰ ਕਰਦਿਆਂ ਸਾਨੂੰ ਪਹਿਲੇ ਪੌੜੀ ਨਾਲ ਸ਼ਲੋਕਾਂ ਅੰਦਰ ਇੱਕ ਸਿਧਾਂਤ ਸਮਝਾਇਆ ਸੀ ਕਿ ਜਦੋਂ ਗੁਰੂ ਦੀ ਬਾਣੀ ਦੇ ਸ਼ਬਦ
ਸਿੱਖ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦੇਣ। ਉਸ ਗਿਆਨ ਦੇ ਪ੍ਰਕਾਸ਼ ਤੋਂ ਮਨੁੱਖ ਆਪਣੇ ਜ਼ਿੰਦਗੀ ਜਿਉਣ ਦੀ ਰਹਿਨੁਮਾਈ ਲੈਣੀ ਪ੍ਰਾਰੰਭ ਕਰ ਦੇਵੇ ਤੇ ਫਿਰ ਇੱਕ ਜੀਵਨ ਮਨੁੱਖਤਾ ਦੀ ਸੇਵਾ ਵਾਲਾ, ਉਸ ਜੀਵਨ ਨੂੰ ਗੁਰਬਾਣੀ ਅੰਦਰ ਗੁਰਮੁਖ ਕਿਹਾ, ਉਸੇ ਜੀਵਨ ਨੂੰ ਗੁਰਸਿੱਖ ਕਿਹਾ, ਉਸੇ ਜੀਵਨ ਨੂੰ ਖਾਲਸਾ ਕਿਹਾ। ਆਓ ਦੂਸਰੀ ਪੌੜੀ ਦੇ ਨਾਲ ਸ਼ਲੋਕ ਸਰਵਣ ਕਰੀਏ ਤਾਂ ਕਿ ਉਸ ਸਿਧਾਂਤ ਨੂੰ ਸਮਝਣ ਵਿੱਚ ਇੱਕ ਹੋਰ ਨਿਖਾਰ ਪੈਦਾ ਹੋਵੇ, ਇੱਕ ਨਵੀਂ ਸੋਝੀ ਦੀ ਕਿਰਨ ਹਿਰਦੇ ਵਿੱਚ ਪ੍ਰਵੇਸ਼ ਕਰੇ। ਸ਼ਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ। ਸੱਚੇ ਤੁਧ ਆਖੇ ਲੱਖ ਕਰੋੜ, ਸੱਚੇ ਸਭ ਤਾਣ, ਸੱਚੇ ਸਭ ਜੋਰ। ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕਚ ਨਿਕਚ। ਮਹੱਲਾ ਪਹਿਲਾ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਚਲ ਥਾਉ, ਵੱਡੀ ਵਡਿਆਈ ਜਾਣਿਆ ਲਾਉ, ਵੱਡੀ ਵਡਿਆਈ ਬੂਝੈ ਸਭ ਭਾਉ, ਵੱਡੀ ਵਡਿਆਈ ਜਾਂ ਪੁੱਛਣ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ। ਇਸ ਦੂਜੀ ਪੌੜੀ ਦੇ ਨਾਲ ਸਤਿਗੁਰੂ ਜੀ ਦੇ 3 ਸ਼ਲੋਕ ਅੰਕਿਤ ਕੀਤੇ ਗਏ ਹਨ। ਪਹਿਲੇ 2 ਸ਼ਲੋਕ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ, ਜੋ ਆਪ ਜੀ ਨੇ ਹੁਣੇ ਹੀ ਸਰਵਣ ਕੀਤੇ ਹਨ। ਇਸ ਦੇ ਪਹਿਲੇ ਸ਼ਲੋਕ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਸਮਝਦਿਆਂ ਸੰਬੋਧਨ ਹੋ ਕੇ ਉਸ ਵਾਹਿਗੁਰੂ ਤੋਂ ਇਤਨੇ ਪ੍ਰਭਾਵਿਤ ਹੋਣ ਦੀ ਅਵਸਥਾ ਵਿੱਚ ਇਹ ਗੁਰਮਤਿ ਦੀ ਵਿਚਾਰ ਸਾਡੇ ਤੱਕ ਪਹੁੰਚਾਈ ਹੈ ਕਿ ਜੇ ਵਾਹਿਗੁਰੂ ਪਰਮੇਸ਼ਰ ਸੱਚ ਸਰੂਪ ਹੈ, ਮਨੁੱਖ ਦੇ ਹਿਰਦੇ ਵਿੱਚ ਸੱਚ ਰਮਿਆ ਹੋਇਆ ਹੈ, ਤੇ ਫਿਰ ਉਸ ਸੱਚ ਸਰੂਪ ਦੀ ਬਣਾਈ ਹੋਈ ਕੁਦਰਤ ਦਾ ਹਰ ਕ੍ਰਿਸ਼ਮਾ ਹੀ ਸੱਚ ਦਿਖਾਈ ਦਿੰਦਾ ਹੈ। ਪੰਗਤੀਆਂ ਆਪਾਂ ਨੇ ਸਰਵਣ ਕੀਤੀਆਂ ਨੇ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਹੇ ਸੱਚੇ ਪਾਤਸ਼ਾਹ ਜੀਓ, ਹੇ ਪਿਆਰੇ ਵਾਹਿਗੁਰੂ ਜੀਓ, ਤੇਰੇ ਪੈਦਾ ਕੀਤੇ ਹੋਏ ਖੰਡ ਤੇ ਬ੍ਰਹਮੰਡ ਸੱਚੇ ਹਨ। ਇੱਥੇ ਹੁਣ ਜ਼ਿਕਰਯੋਗ ਹੈ, ਇੱਕ ਪਾਸੇ ਤੇ ਕਹਿ ਦਿੱਤਾ ਜਾਂਦਾ ਹੈ ਕਿ ਸਭ ਕੁਝ ਕੂੜ ਹੈ, ਸਭ ਕੁਝ ਫਨਾ ਹੋਣ ਵਾਲਾ ਹੈ। ਦੂਸਰੇ ਪਾਸੇ ਇਹ ਗੱਲ ਕਹਿ ਦਿੱਤੀ
ਕਿ ਤੇਰੇ ਖੰਡ ਤੇ ਬ੍ਰਹਿਮੰਡ ਸੱਚੇ ਹਨ। ਇਹਦੇ ਅਰਥ ਨੇ ਕਿ ਹੇ ਵਾਹਿਗੁਰੂ ਜੀਓ, ਤੂੰ ਇਹਨਾਂ ਬ੍ਰਹਿਮੰਡਾਂ ਤੇ ਖੰਡਾਂ ਨੂੰ ਰਚਣ ਦਾ ਜੋ ਸਿਲਸਿਲਾ ਪੈਦਾ ਕੀਤਾ ਹੈ, ਉਹ ਸਿਲਸਿਲਾ ਸਦਾ ਲਈ ਅਟਲ ਹੈ। ਸੱਚੇ ਤੇਰੇ ਲੋ ਸੱਚੇ ਆਕਾਰ, ਇਹ ਪੈਦਾ ਕੀਤੇ ਹੋਏ ਤੇਰੇ ਸਿਰਜੇ ਹੋਏ ਜੋ ਮੰਨਿਆ ਗਿਆ ਕਿ 14 ਲੋਕ ਨੇ, ਉਹਨਾਂ ਦੇ ਆਕਾਰ ਨੇ, ਇਹ ਵੀ ਸਦਾ ਜਾਰੀ ਰਹਿਣ ਵਾਲਾ ਤੇਰਾ ਸਿਲਸਿਲਾ ਹੈ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਹੇ ਵਾਹਿਗੁਰੂ ਜੀਓ, ਤੇਰੇ ਕੀਤੇ ਹੋਏ ਕੰਮ, ਤੇਰੀਆਂ ਵਿਚਾਰਾਂ, ਇਹ ਸਾਰੀਆਂ ਸਦਾ ਹਨ, ਸਦੀਵੀ ਹਨ। ਭਾਵ ਇਹ ਸਿਲਸਿਲਾ ਸਦਾ ਜਾਰੀ ਰਹਿਣ ਵਾਲਾ ਹੈ। ਇਸ ਸਿਲਸਿਲੇ ਨੂੰ ਦੇਖਣ ਵਾਲੇ, ਇਸ ਸਿਲਸਿਲੇ ਵਿੱਚ ਆਵਣ ਵਾਲੇ, ਉਹ ਫਨਾ ਹੋਣ ਵਾਲੇ ਹਨ, ਪਰ ਤੂੰ ਸੰਸਾਰ ਨੂੰ ਚਲਾਵਣ ਦੀ ਕਾਰ ਸਦੀਵੀਂ ਥਾਪੀ ਗਈ ਹੈ। ਸੱਚਾ ਤੇਰਾ ਅਮਰ, ਸੱਚਾ ਦੀਵਾਨ, ਹੇ ਵਾਹਿਗੁਰੂ ਜੀਓ, ਤੇਰਾ ਦਰਬਾਰ ਅਟਲ ਹੈ ਤੇ ਇਸ ਬ੍ਰਹਿਮੰਡ ਰੂਪੀ ਦਰਬਾਰ ਦੇ ਵਿੱਚ ਤੇਰਾ ਹਰ ਹੁਕਮ, ਉਹ ਵੀ ਸਦਾ ਸਥਿਰ ਰਹਿਣ ਵਾਲਾ ਅਟਲ ਹੈ। ਭਾਵ ਤੇਰੇ ਹੁਕਮ ਨੂੰ ਅਗਰ ਕੋਈ ਚਾਹੇ ਤੇ ਪਲਟਾ ਨਹੀਂ ਸਕਦਾ। ਮਨੁੱਖ ਦੀ ਸੋਚ ਹੈ ਕਿ ਸਭ ਕੁਝ ਮੇਰੇ ਸੁਭਾਅ ਅਨੁਸਾਰ ਹੋਵੇ, ਮੇਰੀ ਸੋਚ ਅਨੁਸਾਰ ਹੀ ਹੋਵੇ, ਪਰ ਨਤੀਜਾ ਕੀ ਨਿਕਲਦਾ ਹੈ ਕਿ ਮਨੁੱਖ ਦੀ ਸੋਚ ਅਧੂਰੀ, ਮਨੁੱਖ ਦਾ ਸੁਭਾਅ ਅਧੂਰਾ। ਉਸ ਅਧੂਰੀ ਸੋਚ ਦੇ ਨਤੀਜੇ ਅੱਜ ਸਭ ਕੁਝ ਅਧੂਰਾ ਹੋ ਰਿਹਾ ਹੈ। ਜੇ ਸਮਝ ਜਾਵੇ ਵਾਹਿਗੁਰੂ ਪਰਮੇਸ਼ਰ ਦੀ ਪਰਮ ਸ਼ਕਤੀ ਦੀ ਕਲਾ ਨੂੰ, ਫਿਰ ਇਸ ਨੂੰ ਇੱਕ ਹੋਰ ਸਮਝ ਪਵੇਗੀ, ਉਹ ਹੈ ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ। ਹੇ ਵਾਹਿਗੁਰੂ ਜੀ, ਤੇਰੀ ਬਖਸ਼ਿਸ਼ ਵੀ ਸਦੀਵੀ ਹੈ। ਜਿਸ ਤੇ ਵਰਤ ਜਾਵੇ, ਜਿਸ ਤੇ ਬਖਸ਼ਿਸ਼ ਹੋ ਜਾਵੇ, ਉਸ ਜੀਵਨ ਦੇ ਉੱਪਰ ਬਖਸ਼ਿਸ਼ ਦਾ ਨਿਸ਼ਾਨ ਵੀ ਪੈਦਾ ਹੋ ਜਾਂਦਾ। ਇਤਿਹਾਸ ਦੇ ਵਿੱਚ ਜਿਤਨੇ ਵੀ ਗੁਰੂ ਬਰਸਾਏ ਹੋਏ ਪਾਤਰ ਆਏ, ਚਾਹੇ ਉਹ ਭਾਈ ਲਾਲੋ ਜੀ ਸਨ ਤੇ ਚਾਹੇ ਮਲਕ ਭਾਗੋ ਜੀ ਸਨ, ਜਦੋਂ ਵੀ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੇ, ਉਹਨਾਂ ਦੇ ਜੀਵਨ ਦਾ ਇੱਕ ਐਸਾ ਨਿਸ਼ਾਨ, ਭਾਵ ਜੀਵਨ ਦਾ ਇੱਕ ਐਸਾ ਪ੍ਰਭਾਵ ਦੁਨੀਆ ਤੇ ਪਿਆ, ਉਹ ਇਤਿਹਾਸ ਦੇ ਪੰਨਿਆਂ ਤੇ ਸਦਾ ਸਦਾ ਲਈ ਅੱਜ ਗੁਰੂ ਪਾਤਸ਼ਾਹ ਦੇ ਇਤਿਹਾਸ ਦੇ ਨਾਲ ਪੜ੍ਹੇ ਜਾਣ ਲੱਗ ਪਏ। ਸੱਚੇ ਤੁਧ ਆਖਾਂ ਲੱਖ ਕਰੋੜ ਲੱਖਾਂ ਕਰੋੜਾਂ ਜੀਵ, ਹੇ ਵਾਹਿਗੁਰੂ ਜੀਓ, ਤੈਨੂੰ ਸਿਮਰ ਰਹੇ ਹਨ। ਸੱਚਾ ਸਭ ਤਾਣ, ਸੱਚਾ ਸਭ ਜੋਰ, ਹੇ ਵਾਹਿਗੁਰੂ ਜੀ, ਤੇਰਾ ਤਾਣ, ਤੇਰੀ ਸ਼ਕਤੀ, ਇਹ ਵੀ ਸਦਾ ਇਸ ਦੁਨੀਆ ਤੇ ਅਟਲ ਰਹਿਣ ਵਾਲੀ ਹੈ। ਸੱਚੀ ਤੇਰੀ ਸਿਫਤ, ਸੱਚੀ ਸਲਾਹ, ਇਹ ਸਿਫਤ ਸਲਾਹ ਕਰਨ ਦਾ ਸਿਲਸਿਲਾ ਵੀ ਸਦਾ ਅਟਲ ਹੈ। ਜੇ ਕਦੀ ਭਗਤ ਪ੍ਰਹਿਲਾਦ ਜੀ ਵਰਗਿਆਂ ਨੇ ਤੇਰੀ ਸਿਫਤ ਸਲਾਗਾ ਕਰਕੇ ਜਗਤ ਤੇ ਪ੍ਰਸਿੱਧ ਹੋਏ, ਗੁਰਬਾਣੀ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਜੀ ਦਾ ਇੱਕ ਛੱਕਾ ਬੜਾ ਪ੍ਰਸਿੱਧ ਹੈ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਇਹ ਤੇਰੀ ਸਿਫਤ ਸਲਾਗਾ ਕਰਨ ਵਾਲੇ ਭਗਤ ਇਸ ਸੰਸਾਰ ਅੰਦਰ ਪੈਦਾ ਹੁੰਦੇ ਰਹਿੰਦੇ ਹਨ। ਇਹ ਸਿਲਸਿਲਾ ਸਦਾ ਜਾਰੀ ਹੈ। ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਹੇ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ, ਤੇਰੀ ਇਹ ਕੁਦਰਤ, ਤੇਰੀ ਇਹ ਸ੍ਰਿਸ਼ਟੀ ਦੀ ਰਚਨਾ, ਇਹ ਮੁਕੰਮਲ ਹੈ। ਭਾਵ ਜੋ ਸਿਲਸਿਲਾ ਜਾਰੀ ਚੱਲ ਰਿਹਾ, ਚੱਲਦਾ ਰਹੇਗਾ। ਅਸੀਂ ਦੇਖਦੇ ਹਾਂ ਮਾਲੀ ਇੱਕ ਬੂਟੇ ਨੂੰ ਲਾ ਰਿਹਾ, ਦੂਸਰਾ ਬੂਟਾ ਸੁੱਕ ਰਿਹਾ। ਇੱਕ ਫਸਲ ਕੱਟੀ ਜਾ ਰਹੀ ਹੈ, ਦੂਸਰੀ ਫਸਲ ਬੀਜੀ ਜਾ ਰਹੀ ਹੈ। ਬ੍ਰਿਕਸ਼ ਖਤਮ ਹੋ ਰਹੇ ਨੇ, ਬ੍ਰਿਕਸ਼ ਬੀਜੇ ਜਾ ਰਹੇ ਨੇ। ਮਕਾਨ ਪੁਰਾਣੇ ਢਹਿੰਦੇ ਜਾ ਰਹੇ ਨੇ, ਨਵੇਂ ਉਸਰਦੇ ਜਾ ਰਹੇ ਨੇ। ਕੋਈ ਮਰ ਰਿਹਾ, ਕੋਈ ਜਨਮ ਲੈ ਰਿਹਾ। ਇਹ ਸਿਲਸਿਲਾ ਤਬਦੀਲੀ ਦੇ ਵਿੱਚ ਬਦਲਦਾ ਹੋਇਆ ਪਿੱਛੇ ਦੀ ਪਿੱਛੇ ਹੋਰ ਕਾਫਲਾ ਆ ਰਿਹਾ ਹੈ। ਬੁਢੇਪਾ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ, ਜਵਾਨੀ ਬੁਢੇਪੇ ਵਿੱਚ ਪ੍ਰਵੇਸ਼ ਕਰਦੀ ਜਾ ਰਹੀ ਹੈ।
ਜਵਾਨੀ ਬੁਢੇਪੇ ਵਿੱਚ ਚਲੀ ਗਈ, ਕਿਸ਼ੋਰ ਅਵਸਥਾ ਨੇ ਜਵਾਨੀ ਵਾਲੀ ਜਗ੍ਹਾ ਲੈ ਲਈ। ਬਚਪਨ ਕਿਸ਼ੋਰ ਅਵਸਥਾ ਵਿੱਚ ਆਇਆ ਔਰ ਨਵੇਂ ਜਨਮੇ ਬੱਚੇ ਵੀ ਹਰ ਵਕਤ ਜਨਮ ਲੈ ਰਹੇ ਨੇ ਔਰ ਹਰ ਵਕਤ ਇਹ ਅੰਤਮ ਕਿਰਿਆਵਾਂ, ਇਹ ਮੌਤ ਦੇ ਕ੍ਰਿਸ਼ਮੇ ਵੀ ਵਾਪਰ ਰਹੇ ਨੇ। ਇਹ ਤੇਰੀ ਸ੍ਰਿਸ਼ਟੀ ਸਾਜਨ ਦਾ ਸਿਲਸਿਲਾ ਬੜਾ ਨਿਰੰਤਰ ਜਾ ਜਾਰੀ ਹੈ। ਨਾਨਕ ਸੱਚ ਧਿਆਨ ਸੱਚ। ਹੇ ਵਾਹਿਗੁਰੂ ਜੀਓ, ਜਿਹੜੇ ਤੈਨੂੰ ਸਿਮਰਦੇ ਹਨ, ਭਾਵ ਤੇਰਾ ਧਿਆਨ ਧਰਦੇ ਹਨ, ਜਿਹੜੇ ਮਨੁੱਖਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੀ ਯਾਦ ਇੱਕ ਰਸ ਬਣ ਜਾਂਦੀ ਹੈ, ਵਾਸਤਵਿਕ ਵਿੱਚ ਉਹ ਹੀ ਜੀਵਨ ਸੱਚ ਸਰੂਪ ਹਨ, ਉਹ ਹੀ ਜੀਵਨ ਅਟਲ ਹਨ। ਨਹੀਂ ਤੇ ਜੋ ਮਰ ਜੰਮੇ ਸੋ ਕੱਚ ਨਕੱਚ, ਜੋ ਕਦੀ ਜੰਮਣ ਮਰਨ ਵਿੱਚ ਹਨ ਉਹ ਜੀਵਨ ਕੱਚੇ ਨੇ, ਉਹ ਜੀਵਨ ਅਧੂਰੇ ਨੇ। ਅਧੂਰਾ ਜੀਵਨ ਕਦੀ ਆਤਮਿਕ ਮੌਤ ਮਰਦਾ ਏ, ਕਦੀ ਗਿਆਨ ਦੀ ਮੌਤ ਮਰਦਾ ਏ। ਇਸ ਪ੍ਰਕਾਰ ਅਧੂਰਾ ਜੀਵਨ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ। ਦੂਸਰੇ ਸ਼ਲੋਕ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਦੀ ਇਸ ਕਲਾ ਤੋਂ ਪ੍ਰਭਾਵਿਤ ਕਰਨ ਵਾਸਤੇ ਸਾਡੇ ਤੱਕ ਇਹ ਵਿਚਾਰ ਪਹੁੰਚਾ ਰਹੇ ਨੇ। ਪਿਆਰਿਓ, ਵੱਡੀ ਵਡਿਆਈ ਜਾਂ ਵੱਡਾ ਨਾਮ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਇਤਨੀ ਵੱਡੀ ਹੈ, ਉਹਦਾ ਨਾਮਣਾ ਇਤਨਾ ਵੱਡਾ ਹੈ, ਉਹਦੀ ਸਿਫਤ ਕੀਤੀ ਹੀ ਨਹੀਂ ਜਾ ਸਕਦੀ। ਜੇ ਵੱਡੀ ਵਡਿਆਈ ਸੱਚ ਨਿਆਉ, ਉਹਦਾ ਇੱਕ ਵੱਡਾ ਗੁਣ ਇਹ ਹੈ ਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਇਸ ਸੰਸਾਰ ਅੰਦਰ, ਉਸ ਦੇ ਬਣਾਏ ਹੋਏ ਸਿਸਟਮ ਵਿੱਚ ਨਿਆਂ ਸਦਾ ਹੀ ਸੱਚਾ ਹੁੰਦਾ ਹੈ। ਦੁਨੀਆ 'ਤੇ ਅਸੀਂ ਦੇਖਦੇ ਹਾਂ, ਮਨੁੱਖ ਨੂੰ ਜਦੋਂ ਕੋਈ ਫੈਸਲਾ ਸੁਣਾਇਆ ਜਾਂਦਾ ਹੈ, ਉਹ ਫੈਸਲੇ 'ਤੇ ਸੰਤੁਸ਼ਟ ਨਹੀਂ ਹੁੰਦਾ, ਉਸ ਤੋਂ ਉੱਪਰਲੀ ਅਦਾਲਤ ਵਿੱਚ ਆਪਣੇ ਕੇਸ ਨੂੰ ਲੈ ਜਾਂਦਾ ਹੈ। ਪਰ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ, ਭਾਵ ਉਸ ਦੇ ਸਿਸਟਮ ਦੇ ਅੰਦਰ ਜੋ ਵੀ ਨਿਆਂ ਹੈ ਉਹ ਸਦਾ ਹੀ ਸੱਚਾ ਹੁੰਦਾ ਹੈ। ਕਈ ਵਾਰੀ ਸਾਨੂੰ ਦੁੱਖ ਆਏ, ਅਸੀਂ ਕਲਪਦੇ ਹਾਂ ਇਹ ਦੁੱਖ ਕਿਉਂ ਆ ਗਏ ਨੇ, ਪਰ ਗੁਰਬਾਣੀ ਦਾ ਫੈਸਲਾ ਦੱਦਾ ਦੋਸ਼ ਨਾ ਦੇਈ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਉਹਦੇ ਸੱਚ ਦੇ ਨਿਆਂ ਦੇ ਸਿਲਸਿਲੇ ਵਿੱਚ ਜੋ ਕੁਛ ਹੋ ਰਿਹਾ ਹੈ ਉਹ ਸਭ ਕੁਛ ਕਿਸੇ ਸਿਸਟਮ ਦੇ ਅਧੀਨ ਹੈ, ਜਿਹਦਾ ਜ਼ਿਕਰ ਅਗਲੇ ਸ਼ਲੋਕਾਂ ਵਿੱਚ ਆਵੇਗਾ। ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਕਹਿੰਦੇ, ਵੱਡੀ ਵਡਿਆਈ ਜਾਂ ਨਿਹਚਲ ਥਾਉ। ਇੱਕ ਉਹਦੀ ਇਹ ਵੀ ਵਡਿਆਈ ਹੈ, ਉਹਦੀ ਇਹ ਵੀ ਸਿਫਤ ਹੈ ਕਿ ਉਹਦਾ ਆਸਣ ਅਡੋਲ ਹੈ, ਉਹਦਾ ਟਿਕਾਣਾ, ਉਹਦਾ ਸਿਲਸਿਲਾ, ਉਹਦਾ ਸਿਸਟਮ ਸਭ ਕੁਝ ਸਦਾ ਸਥਿਰ ਰਹਿਣ ਵਾਲਾ ਹੈ। ਵੱਡੀ ਵਡਿਆਈ ਜਾਣੈ ਆਲਾਓ। ਆਲਾਓ ਅਰਦਾਸਾਂ, ਮਨੁੱਖ ਦੇ ਅੰਦਰ ਜਿਤਨੀ ਅਰਦਾਸ ਹੈ, ਫਰਿਆਦ ਹੈ ਖੁਦਾ ਦੇ ਅੱਗੇ, ਉਹ ਵਾਹਿਗੁਰੂ ਪਰਮੇਸ਼ਰ ਜਾਣਦੇ ਨੇ, ਕਿਉਂਕਿ ਅੰਤਰਜਾਮੀ ਨੇ। ਇਹ ਗੱਲ ਵੱਖਰੀ ਹੈ ਕਿ ਧਰਮੀ ਮਨੁੱਖ ਧਾਰਮਿਕ ਸਥਾਨ 'ਤੇ ਜਾ ਕੇ ਆਪਣੇ ਮਨ ਦਾ ਬਲਬਲਾ ਆਪਣੇ ਇਸ਼ਟ ਗੁਰੂ ਦੇ ਅੱਗੇ ਸੁਚੱਜੇ ਸੁੰਦਰ ਸ਼ਬਦਾਂ ਵਿੱਚ ਬੋਲ ਕੇ ਦੱਸਦਾ ਹੈ। ਪਰ ਗੁਰਬਾਣੀ ਦਾ ਇੱਕ ਸਿਧਾਂਤ ਇਹ ਵੀ ਹੈ ਕਿ ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗੈ ਕੀਚੈ ਅਰਦਾਸ। ਇਹ ਅੱਗੋਂ ਜਾ ਕੇ ਸਿਧਾਂਤ ਨਿਖਰੇਗਾ ਜਦੋਂ ਇਹ ਸਮਝ ਪੈ ਗਈ ਕਿ ਉਹ ਵਾਹਿਗੁਰੂ ਦਾ ਇੱਕ ਵੱਡਾ ਗੁਣ ਹੈ, ਜਾਣੈ ਆਲਾਓ। ਉਹ ਸਭ ਦੀਆਂ ਅਰਦਾਸਾਂ ਜਾਣਦਾ ਹੈ, ਫਿਰ ਰਜ਼ਾ ਵਿੱਚ ਰਾਜੀ ਰਹਿਣ ਦੀ ਵੀ ਜਾਂਚ ਆਉਂਦੀ ਹੈ। ਅਗਲੀ ਪੰਕਤੀ, ਵੱਡੀ ਵਡਿਆਈ ਬੁੱਝੈ ਸਭ ਭਾਉ। ਭਾਵ ਹੁੰਦਾ ਮਨ ਦੇ ਅੰਦਰ ਬਲਬਲੇ। ਜੋ ਵੀ ਕਿਸੇ ਦੇ ਅੰਦਰ ਕੋਈ ਜਜ਼ਬਾ ਪੈਦਾ ਹੋ ਰਿਹਾ, ਕੋਈ ਵਲਵਲਾ ਪੈਦਾ ਹੋ ਰਿਹਾ, ਉਹ ਹਰ ਇੱਕ ਦੇ ਵਲਵਲੇ ਨੂੰ ਵੀ ਜਾਣਦਾ ਹੈ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਇੱਕ ਉਹਦੀ ਇਹ ਵੀ ਵਡਿਆਈ ਹੈ, ਉਹਦਾ ਇਹ ਵੀ ਇੱਕ ਵੱਡਾ ਗੁਣ ਹੈ ਕਿ ਜਦੋਂ ਕਿਸੇ ਨੂੰ ਦਾਤ ਦਿੰਦਾ ਉਹ ਪੁੱਛ ਕੇ ਨਹੀਂ ਦਿੰਦਾ। ਅਸੀਂ ਘਰ ਵਿੱਚ ਕੁਝ ਗੁਆਂਢੀ ਨੂੰ ਦੇਣਾ ਹੋਵੇ, ਪਤੀ ਪਤਨੀ ਨੂੰ ਆਪਸ ਵਿੱਚ ਰਾਏ ਕਰਨੀ ਪੈਂਦੀ ਹੈ। ਦੋ ਭਰਾਵਾਂ ਨੂੰ ਆਪਸ ਵਿੱਚ ਰਾਏ ਕਰਕੇ, ਦੋ ਪਾਰਟਨਰ ਕਿਸੇ ਕਰਮ ਦੇ ਵਿੱਚ, ਕਿਸੇ ਕਾਰਜ ਦੇ ਵਿੱਚ ਕਿਸੇ ਨੂੰ ਕੁਝ ਦੇਣਾ ਹੋਵੇ,
ਸਲਾਹ ਕਰਨੀ ਪੈਂਦੀ ਹੈ। ਅਗਰ ਸੰਸਾਰ ਵਿੱਚ ਇੱਕ ਦੂਸਰੇ ਨਾਲ ਸਲਾਹ ਨਾ ਕੀਤੀ ਗਈ ਤੇ ਪਿਆਰ ਦੀਆਂ ਤੰਦਾਂ ਵਿੱਚ ਤਰੇੜਾਂ ਆ ਜਾਂਦੀਆਂ ਨੇ। ਪਰ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਦੇਖੋ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਉਹ ਦਾਤਾਂ ਦਿੰਦਾ, ਉਹਨੂੰ ਕਿਸੇ ਦੀ ਸਲਾਹ ਦੀ ਜ਼ਰੂਰਤ ਨਹੀਂ। ਵੱਡੀ ਵਡਿਆਈ ਜਾਂ ਆਪੇ ਆਪ, ਇਹ ਵੀ ਉਹਦਾ ਇੱਕ ਵੱਡਾ ਗੁਣ ਹੈ, ਇੱਕ ਵਡਿਆਈ ਹੈ ਕਿ ਉਹ ਆਪ ਹੀ ਆਪ ਹੈ, ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ। ਨਾਨਕ ਕਾਰ ਨਾ ਕਥਨੀ ਜਾਏ, ਉਹ ਵਾਹਿਗੁਰੂ ਪਰਮੇਸ਼ਰ ਇਸ ਸੰਸਾਰ ਦੀ ਕਾਰ ਨੂੰ ਕਿੰਜ ਚਲਾ ਰਿਹਾ, ਸਤਿਗੁਰੂ ਕਹਿੰਦੇ ਕਥਨ ਨਹੀਂ ਕੀਤਾ ਜਾ ਸਕਦਾ। ਪਿਆਰਿਓ, ਕੀਤਾ ਕਰਨਾ ਸਰਬ ਰਜ਼ਾਏ। ਇਸ ਲਈ ਉਹ ਵਾਹਿਗੁਰੂ ਪਰਮੇਸ਼ਰ ਦੀ ਇਸ ਸ੍ਰਿਸ਼ਟੀ ਅੰਦਰ ਜੋ ਕੁਛ ਵੀ ਹੋ ਰਿਹਾ ਉਹਦੇ ਹੁਕਮ ਵਿੱਚ ਹੋ ਰਿਹਾ, ਉਹਦੀ ਰਜ਼ਾ ਵਿੱਚ ਹੋ ਰਿਹਾ। ਜੇ ਸਾਨੂੰ ਕੁਛ ਚੰਗਾ ਨਹੀਂ ਵੀ ਲੱਗਦਾ ਤੇ ਫਿਰ ਵੀ ਉਸ ਦੇ ਸ਼ੁਕਰ ਵਿੱਚ, ਉਸ ਦੀ ਰਜ਼ਾ ਵਿੱਚ ਰਹਿਣ ਦੀ ਜਾਂਚ ਇਹ ਸ਼ਲੋਕ ਅਤੇ ਪੌੜੀ ਸਾਨੂੰ ਇੱਕ ਗਿਆਨ ਦੀ ਬਖਸ਼ਿਸ਼ ਕਰ ਰਹੇ ਹਨ। ਅਗਲੇ ਸ਼ਲੋਕ ਤੇ ਪੌੜੀ ਅੰਦਰ ਸਾਨੂੰ ਇਸ ਸਿਧਾਂਤ ਨੂੰ ਸਾਡੇ ਹਿਰਦੇ ਤੱਕ ਪਹੁੰਚਾਉਣ ਵਾਸਤੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਸ਼ਲੋਕ ਰਾਹੀਂ ਬਖਸ਼ਿਸ਼ ਕੀਤੀ ਜਾ ਰਹੀ ਹੈ। ਆਓ ਸਰਵਣ ਕਰੀਏ। ਮਹੱਲਾ ਦੂਜਾ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਕ ਨਾ ਹੁਕਮ ਸਮਾਏ ਲੈ, ਇਕ ਨਾ ਹੁਕਮੇ ਕਰੇ ਵਿਨਾਸ਼। ਇਕ ਨਾ ਭਾਣੇ ਕੱਢ ਲਏ, ਇਕ ਨਾ ਮਾਇਆ ਵਿੱਚ ਨਿਵਾਸ। ਏਵ ਵੀ ਆਖ ਨਾ ਜਾਪੇ, ਜੇ ਕਿਸੇ ਆਣੇ ਰਾਸ। ਨਾਨਕ ਗੁਰਮੁਖ ਜਾਣੀਐ, ਜਾ ਕੋ ਆਪ ਕਰੇ ਪ੍ਰਕਾਸ਼। ਪੌੜੀ ਨਾਨਕ ਜੀ ਉਪਾਇ ਕੈ, ਲਿਖ ਨਾਵੇਂ ਧਰਮ ਬਹਾਲਿਆ, ਉੱਥੇ ਸੱਚੀ ਸੱਚ ਨਿਬੜੈ। ਚੋਣ ਵਕ ਕੱਢੇ ਜਜਮਾਲਿਆ, ਥਾਉ ਨਾ ਪੈਨ ਪੂਰਿਆ। ਮੋਹ ਕਾਲੇ ਦੋਜਕ ਚਾਲਿਆ, ਤੇਰੇ ਨਾਇਰ ਦੇ ਸਿਜਣ ਗਏ। ਹਾਰ ਗਏ ਸਿਰ ਢੱਕਣ ਵਾਲਿਆ, ਲਿਖ ਨਾਵੇਂ ਧਰਮ ਬਹਾਲਿਆ, ਧਰਮ ਬਹਾਲਿਆ, ਧਰਮ ਬਹਾਲਿਆ। ਮਨੁੱਖ ਦੀ ਸਮਝ ਅਧੂਰੀ ਹੈ, ਮਨੁੱਖ ਦੀ ਸੋਚ ਅਧੂਰੀ ਹੈ। ਜੋ ਇਸਨੇ ਸਮਝਿਆ ਅਧੂਰਾ ਸਮਝਿਆ। ਮਨੁੱਖ ਦੀ ਸਮਝ ਵਿੱਚ ਆਇਆ ਕਿ ਸ਼ਾਇਦ ਸੰਸਾਰ ਇੱਕ ਰਸ ਮਾਨਣ ਦਾ ਟਿਕਾਣਾ ਹੈ, ਸ਼ਾਇਦ ਸੰਸਾਰ ਵਿੱਚ ਆ ਕੇ ਲੁਤਫ ਮਾਨਣਾ ਹੀ ਇੱਕ ਨਿਸ਼ਾਨਾ ਹੈ। ਪਰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਇਹ ਸ਼ਲੋਕ ਸਾਨੂੰ ਇੱਕ ਵੱਖਰਾ ਹੀ ਗਿਆਨ ਕਰਵਾ ਰਿਹਾ ਹੈ। ਪਵਿੱਤਰ ਪੰਕਤੀਆਂ ਆਪਾਂ ਨੇ ਸਰਵਣ ਕੀਤੀਆਂ ਨੇ। ਇਹੋ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਜਗਤ, ਇਹ ਸੰਸਾਰ ਵਾਹਿਗੁਰੂ ਜੀ ਦੇ ਰਹਿਣ ਦੀ ਥਾਂ ਹੈ ਤੇ ਵਾਹਿਗੁਰੂ ਪਰਮੇਸ਼ਰ ਇਸ ਵਿੱਚ ਵਸ ਰਹੇ ਨੇ। ਉਹਨਾਂ ਨੇ ਆਪਣਾ ਨਿਵਾਸ ਕੀਤਾ ਹੋਇਆ। ਇਕ ਨਾ ਹੁਕਮ ਸਮਾਏ ਲਏ, ਇਕ ਨਾ ਹੁਕਮੇ ਕਰੇ ਵਿਨਾਸ਼। ਇਕਨਾਂ ਨੂੰ ਉਹਨਾਂ ਨੇ ਆਪਣੇ ਸਿਸਟਮ ਹੁਕਮ ਅਨੁਸਾਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਲੀਨ ਕਰ ਲਿਆ, ਗੁਰੂ ਚਰਨਾਂ ਨਾਲ ਜੋੜ ਲਿਆ। ਇਕਨਾਂ ਨੂੰ ਦੂਸਰੇ ਰਸਤੇ ਤੇ ਪਾ ਦਿੱਤਾ। ਇਕਨਾ ਭਾਣੈ ਕੱਢ ਲਏ, ਇਕਨਾ ਮਾਇਆ ਵਿੱਚ ਨਿਵਾਸ। ਇਕਨਾ ਤੇ ਬਖਸ਼ਿਸ਼ ਹੋ ਗਈ ਹੈ ਉਸ ਦੇ ਸਿਸਟਮ ਅਨੁਸਾਰ, ਤੇ ਇੱਕ ਉਹ ਨੇ ਜਿਹੜੇ ਮਾਇਆ ਵਿੱਚ ਗਲਤਾਨ ਨੇ। ਇਹ ਪੇ ਆਖ ਨਾ ਜਾਪਈ, ਜੇ ਕਿਸੈ ਆਣੈ ਰਾਸ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਪਿਆਰਿਓ, ਉਹ ਵਾਹਿਗੁਰੂ ਪਰਮੇਸ਼ਰ ਦੇ ਇਸ ਕੌਤਕ ਨੂੰ ਇਹ ਕੋਈ ਆਖਣ ਵਿੱਚ ਨਹੀਂ, ਕਿਸੇ ਨੂੰ ਉਸਨੇ ਬਖਸ਼ਿਸ਼ ਕੀਤੀ,
ਤੇ ਕਿਸੇ ਨੂੰ ਉਸਨੇ ਆਪਣੇ ਨਾਲ ਲਾ ਲਿਆ। ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ। ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਨੇ ਗਿਆਨ ਦਾ ਪ੍ਰਕਾਸ਼ ਬਖਸ਼ ਦਿੱਤਾ, ਉਹਨਾਂ ਨੂੰ ਇਹ ਸੋਝੀ ਪੈ ਗਈ। ਪੌੜੀ ਅੰਦਰ ਸਤਿਗੁਰੂ ਜੀ ਕਹਿੰਦੇ, ਇੱਕ ਉਸ ਦਾ ਸਿਸਟਮ ਹੈ, ਨਾਨਕ ਜੀ ਉਪਾਇ ਕੈ ਲਿਖ ਨਾਵੈ ਧਰਮ ਬਹਾਲਿਆ। ਵਾਹਿਗੁਰੂ ਪਰਮੇਸ਼ਰ ਨੇ ਇਹ ਜੀਵ ਸ੍ਰਿਸ਼ਟੀ ਪੈਦਾ ਕਰਕੇ ਇੱਕ ਸਿਸਟਮ ਜਿਸ ਨੂੰ ਧਰਮ ਕਿਹਾ, ਹੁਕਮ ਕਿਹਾ, ਉਹ ਸੱਚਾ ਨਿਆਂ ਕਰਨ ਵਾਲਾ ਥਾਪ ਦਿੱਤਾ। ਉਹਦੇ ਸਿਸਟਮ ਵਿੱਚ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜ਼ਮਾਲਿਆ। ਦੋਸ਼ੀ ਜੀਵਨ ਅਲੱਗ ਕੱਢ ਦਿੱਤੇ ਜਾਂਦੇ ਨੇ, ਅਲੱਗ ਮਾਰਗ ਤੇ ਤੋਰ ਦਿੱਤੇ ਜਾਂਦੇ ਨੇ। ਸੱਚੇ ਜਿਹੜੇ ਨੇ ਉਸ ਦੀ ਬਖਸ਼ਿਸ਼ ਦੇ ਪਾਤਰ ਬਣਦੇ ਨੇ, ਤੇ ਜਿਹੜੇ ਦੋਸ਼ੀ ਜੀਵਨ ਹਨ, ਕੁਕਰਮ ਕਰਨ ਵਾਲੇ ਹਨ, ਭੈੜੀ ਸੋਚ ਵਾਲੇ ਹਨ, ਥਾਉ ਨਾ ਪੈਣ ਕੂੜਿਆਰ, ਮੂੰਹ ਕਾਲੈ ਦੋਜਕ ਚਾਲਿਆ। ਤੇ ਫਿਰ ਉਹਨਾਂ ਨੂੰ ਜ਼ਿੰਦਗੀ ਵਿੱਚ ਚੋਟਾਂ, ਜ਼ਿੰਦਗੀ ਵਿੱਚ ਮਾਰਾਂ, ਤੇ ਉਹ ਦੁੱਖਾਂ ਰੂਪੀ ਨਰਕ ਦੇ ਜੀਵਨ ਤੇ ਰਾਹ ਤੇ ਹੀ ਤੁਰੇ ਰਹਿੰਦੇ ਨੇ। ਤੇ ਜਿਨ੍ਹਾਂ ਤੇ ਬਖਸ਼ਿਸ਼ ਹੋਈ, ਤੇਰਾ ਨਾਏ ਰਤੇ ਸੇ ਜਣ ਗਏ, ਹਾਰ ਗਏ ਸੇ ਠਗਣ ਵਾਲਿਆ। ਜਿਹੜੇ ਤੇਰੇ ਨਾਮ ਵਿੱਚ ਰੰਗੇ ਗਏ, ਵਾਹਿਗੁਰੂ ਜੀ ਤੁਹਾਡੀ ਯਾਦ ਵਿੱਚ ਰੰਗੇ ਗਏ, ਉਹ ਤੇ ਜੀਵਨ ਦੀ ਬਾਜੀ ਜਿੱਤ ਗਏ, ਬਾਕੀ ਤੇ ਹਾਰ ਗਏ, ਮਾਇਆ ਦੇ ਹੱਥੋਂ ਠੱਗੇ ਗਏ। ਲਿਖ ਨਾਵੈ ਧਰਮ ਬਹਾਲਿਆ। ਇੱਕ ਧਰਮ ਦੀ ਦੁਨੀਆ ਵਿੱਚ ਕਹਾਵਤ ਹੈ ਕਿ ਧਰਮ ਰਾਜੇ ਨੂੰ ਬਿਠਾਇਆ ਹੋਇਆ, ਉਹ ਲੇਖਾ ਜੋਖਾ ਕਰ ਰਿਹਾ। ਵਾਸਤਵਿਕ ਵਿੱਚ ਧਰਮ ਰਾਜਾ ਵਾਹਿਗੁਰੂ ਪਰਮੇਸ਼ਰ ਦਾ ਉਹ ਸਿਸਟਮ ਹੈ, ਉਹ ਇੱਕ ਨਿਜ਼ਮ ਹੈ, ਜਿਸ ਨਿਜ਼ਮ ਨੂੰ ਪਵਿੱਤਰ ਗੁਰਬਾਣੀ ਨੇ ਇੰਜ ਲਿਖਿਆ, ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਮਨੁੱਖ ਜਦੋਂ ਸੋਚਦਾ ਇੱਕ ਸਟੈਪ ਗਲਤ ਪਾਸੇ ਚੁੱਕਦਾ, ਕਰਮ ਦੇ ਮਾਰਗ ਤੇ ਉਹਨੂੰ ਕੌੜੇ ਫਲ ਜ਼ਿੰਦਗੀ ਵਿੱਚ ਇੱਕ ਨਾ ਇੱਕ ਦਿਨ ਜ਼ਰੂਰ ਭੁਗਤਣੇ ਪੈਂਦੇ ਨੇ। ਮਨੁੱਖ ਨੇ ਜੋ ਵੀ ਕੌੜੇ ਫਲ ਅੱਜ ਭਾਵੇਂ ਸੰਸਾਰਿਕ ਪੱਧਰ ਤੇ ਜਾਂ ਘਰੇਲੂ ਪੱਧਰ ਤੇ ਜਾਂ ਨਿੱਜੀ ਜੀਵਨ ਵਿੱਚ ਆਪਣੀ ਜ਼ਿੰਦਗੀ ਵਿੱਚ ਸਹੇੜ ਲਏ ਨੇ, ਇਹਨਾਂ ਸਭ ਦਾ ਬੀਜ ਇਹਨੇ ਆਪ ਬੀਜਿਆ ਹੋਇਆ। ਇਹ ਪੌੜੀ ਸਾਡੇ ਅੰਦਰ ਗੁਰੂ ਦਾ ਭੈ ਜਗਾ ਰਹੀ ਹੈ। ਪਹਿਲੀ ਪੌੜੀ ਅੰਦਰ ਵਾਹਿਗੁਰੂ ਦਾ ਪ੍ਰੇਮ ਪੈਦਾ ਹੋ ਰਿਹਾ ਸੀ। ਇਸੇ ਪ੍ਰਕਾਰ ਇਹ ਸਿਲਸਿਲੇਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਿਧਾਂਤ ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਜੀ ਨੇ ਬੜਾ ਸੁੰਦਰ ਗੁੰਫਨੰਗ ਕੀਤਾ ਹੈ, ਜਿਸ ਅੰਦਰ ਟੁੱਬੀ ਮਾਰ ਕੇ ਜੀਵਨ ਪਵਿੱਤਰ ਹੋ ਸਕਦਾ ਹੈ। ਫਤਿਹ ਗਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਕਰਨਲ ਜਗਤਾਰ ਸਿੰਘ ਜੀ ਮੁਲਤਾਨੀ। ਉਹਨਾਂ ਵੱਲੋਂ ਇਹ ਪ੍ਰੋਗਰਾਮ ਆਪਣੇ ਮਾਤਾ ਬੀਬੀ ਸੁਰਜੀਤ ਕੌਰ ਅਤੇ ਪਿਤਾ ਸਰਦਾਰ ਭਗਵਾਨ ਸਿੰਘ ਜੀ ਅਤੇ ਹੋਰਨਾਂ ਸੰਬੰਧੀਆਂ ਨੂੰ ਸਮਰਪਿਤ ਕੀਤਾ ਗਿਆ ਹੈ। ਸਾਡੇ ਸੁਣਨ ਵਾਲਿਆਂ ਦੀ ਪਾਰਟਿਸਿਪੇਸ਼ਨ ਦਾ ਸਵਾਗਤ ਹੈ। ਸਿੱਖ ਵੈਲਿਊਜ਼ ਨੂੰ ਉਜਾਗਰ ਕਰਨ ਵਾਲੇ ਪ੍ਰੋਗਰਾਮ ਅਸੀਂ ਲਗਾਤਾਰ ਬਣਾਵਾਂਗੇ, ਜਿਵੇਂ ਕਿ ਇੰਟਰਵਿਊਜ਼ ਵਿਦ ਪ੍ਰੋਮੀਨੈਂਟ ਸਿੱਖ ਪਰਸਨੈਲਿਟੀਜ਼, ਟਾਕਸ ਐਂਡ ਡਿਸਕਸ਼ਨਸ, ਰਾਗਾਂ ਤੇ ਆਧਾਰਿਤ ਗੁਰਬਾਣੀ ਦਾ ਰਸ ਭਿੰਨਾ ਕੀਰਤਨ। ਟੈਲੈਂਟਡ ਸਿੱਖਸ ਇਨ ਆਲ ਫੀਲਡਸ ਆਫ ਲਾਈਫ ਵਿਲ ਬੀ ਪ੍ਰੋਜੈਕਟਡ। ਇਸ ਪ੍ਰਯੋਜਨ ਵਿੱਚ ਸਾਡਾ ਕੋਈ ਨਿੱਜੀ ਸਵਾਰਥ ਨਹੀਂ ਹੈ ਤੇ ਨਾ ਹੀ ਕੋਈ ਦਿਖਾਵਾ। ਆਪਣੀ ਕੌਮ ਸਿੱਖ ਪੰਥ ਦੀ ਸੇਵਾ ਹਿੱਤ ਇਹ ਨਿੱਕਾ ਜਿਹਾ ਫਰਜ਼ ਅਦਾ ਕਰਨ ਦਾ ਇੱਕ ਤਰਲਾ ਹੈ।